दिल्ली के सीएम आके साडे धरने च बैठते सी। बड़ी शर्म वाली गल आ, 2 सीएम इकट्ठे होके वादा करके जान और 2 महीने बीत जाण तो बाद भी जिहड़ा वादा पूरा ना होवे तां बड़ी शर्मनाक गल आ सरकार लई। आ तुसीं फोटो कैमरे च देख लो, आ भगवंत मान साहब मेरे नाल ही बैठे हुए ने, कि साडे धरने च बैठे सीगे और पहली कैबिनेट का वादा इत्थों ही कीता सी इन्हां ने और सारिਆਂ ਦੇ ਵਿੱਚ ਜਾ ਕੇ बोले सी। रही गल मीत हेर दी, वो तो अजे छोटे लैवल ते आ गए। केजरीवाल साहब खुद बोल के गए सीगे, भगवंत मान साहब खुद बोल के गए सीगे कि पहली कैबिनेट तुहानूं रैगूलर करांगे। केजरीवाल साहब नहीं लभे, भगवंत मान साहब नहीं लभे, उन्होंने सिक्ख्या मंत्री तुसीं कह रहे फोन की गल करते हैं। असीं MLA राहीं भी सिफारिशां पा के देख लियां, वैसे भी असीं पहुँच करके देख ली, पर अजे तक उन्हां नाल साडी कोई बैठ के चंगी तरह गलबात नहीं हुई। कोई भी आ, चाहे आम बंदा, जदों कुर्सी आ जाती कोल तां दिमाग वड्डियां वड्डियां दे खराब हो जाते आ। सो इन्हां दे भी कुर्सियां मिलण दे नाल ही कुर्सियां मिल भी ज़्यादा गईयां। 92 की आस ही कोई नहीं सी कि 92 सीटां जो आ जाणगीਆਂ, 40-50 ਦੇ बैठे सी, पर इन्हां ने साडी जदों सुनी नहीं, कोई मीटिंग का समा ही नहीं दिंदे, तां लास्ट सानूं तां एजीटेशन तां करना ही पऊगा ना भी ਅਸੀਂ ਜਿਉਂਦੇ ਜਾਗਦੇ ਆ। ਉਹੀ ਕੱਚੇ ਅਧਿਆਪਕਾਂ ਜਿਹਨਾਂ ਧਰਨਿਆਂ ਤੁਸੀਂ ਆ ਕੇ ਬੈਠਦੇ ਸੀ ਔਰ ਤੁਸੀਂ ਇਹ ਵੀ ਕਹਿੰਦੇ ਵੀ ਤੁਹਾਡੇ ਨਾਲ ਰਾਤਾਂ ਬਿਤਾਉਣ ਨੂੰ ਤਿਆਰ ਆ, ਸਭ ਕੁਝ ਕਰਨ ਲਈ ਤਿਆਰ ਸੀ, ਖੜੇ ਸੀ ਦਿਲੋਂ ਤੁਸੀਂ ਸਾਡੇ ਨਾਲ। ਅੱਜ ਉਹ ਦਿਲ ਕਿੱਥੇ ਗਏ ਤੁਹਾਡੇ, ਅੱਜ ਉਹ ਕੀਤੇ ਵਾਅਦੇ ਕਿੱਥੇ ਗਏ ਆ, ਸਾਰਾ ਕੁਝ ਹੀ ਫਲॉप ਹੋ ਗਿਆ। ਸੱਤਾ ਦੇ ਵਿੱਚ ਆ ਕੇ ਵੱਡਿਆਂ ਦੇ ਜਿਹੜੇ ਦਿਮਾਗ ਖਰਾਬ ਹੋ ਚੁੱਕੇ ਆ ਔਰ ਮੈਨੂੰ ਲੱਗਦਾ ਇਹਨਾਂ ਦੇ ਵੀ ਜਿਹਨੂੰ ਆਸ ਹੀ ਕੋਈ ਨਹੀਂ ਸੀ MLA ਬਣਦੀ, ਉਹ ਵੀ MLA ਦੀ ਕੁਰਸੀਆਂ ਤੇ ਬਹਿ ਗਏ। ਉਹਨਾਂ ਨੂੰ ਅੱਜ ਤੱਕ ਯਕੀਨ ਨਹੀਂ ਹੁੰਦਾ ਕਿ ਅਸੀਂ MLA ਬਣ ਗਏ ਆ। ਔਰ ਜਿਹੜੇ ਜਿਨ੍ਹਾਂ ਨੂੰ ਮਿਨਿਸਟਰੀਆਂ ਮਿਲ ਗਈਆਂ ਉਹਨਾਂ ਦੀ ਹਵਾ ਹੀ ਹੋਰ ਹੋ ਗਈ, ਆਮ ਪਬਲਿਕ ਨਾਲ ਡੀਲਿੰਗ ਉਹਨਾਂ ਦੀ ਖਤਮ ਹੋ ਗਈ। ਆਸ ਹੈਗੀ ਹੈ ਭਗਵੰਤ ਮਾਨ ਕੋਲੋਂ, ਦੇਖੋ ਆਸ ਦੇ ਸਿਰ ਤੇ ਵੋਟਾਂ ਪਈਆਂ ਸੀ, ਆਸ ਦੇ ਸਿਰ ਤੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਸੀ, ਪਰ ਆਸ ਦੇ ਉੱਤੇ ਖਰੇ ਅਜੇ ਤੱਕ ਤਾਂ ਨਹੀਂ ਉਤਰੇ। ਅਜੇ ਤਾਂ ਡਾਂਗਾ ਹੀ ਮਾਰੀ ਜਾਂਦੇ ਬਰਾਬਰ ਤੇ ਲਿਆ ਕੇ। ਅਨਮੋਲ ਗਗਨ ਮਾਨ ਜੀ ਉਹ ਅਲੋਪ ਹੋ ਗਏ ਆ, ਜਿਹੜੇ ਇਹਨਾਂ ਦਾ ਮੀਤ ਹੈਰ ਜੀ ਉਹ ਟੈਂਕੀਆਂ ਤੇ ਬਹਿੰਦੇ ਹੁੰਦੇ ਸੀ। ਅੱਜ ਕੱਲ੍ਹ ਮੈਨੂੰ ਨਹੀਂ ਪਤਾ ਕਿਹੜੇ AC ਰੂਮ 'ਚ ਬੈਠਦੇ ਆ। ਇੱਥੇ ਅਸੀਂ ਧੱਕੇ ਧੁੱਕੇ ਖਾ ਕੇ ਆਂਗੇ, ਸਾਨੂੰ ਤਾਂ ਮਿਲੇ ਨਹੀਂ ਨਾ, ਉਹਨਾਂ ਦੀ ਗੱਡੀ ਲੱਭਦੀ ਕਿਤੇ। ਅਗਲੀ ਗੱਲ, ਅਨਮੋਲ ਗਗਨ ਮਾਨ ਜੀ ਜੋ ਇੱਥੋਂ ਮੁਹਾਲੀ ਤੋਂ ਹੀ ਸੀ, ਖਰੜ ਤੋਂ ਖੜੇ ਸੀਗੇ, ਚਾਹ ਪਾਣੀ ਦਾ ਇੰਤਜ਼ਾਮ ਉਹ ਕਰਾਉਂਦੇ ਹੁੰਦੇ ਸੀ ਔਰ ਟੈਂਟਾਂ ਦੇ ਖਰਚੇ ਵਗੈਰਾ ਵੀ ਸਾਨੂੰ ਦੇ ਦਿੰਦੇ ਹੁੰਦੇ ਸੀ ਵੀ ਤੁਹਾਡੇ ਫੰਡ 'ਚ ਤੁਹਾਡੀ ਪ੍ਰੋਬਲਮ ਆਉਂਦੀ ਹੈ। ਅੱਜ ਉਹ ਅਲੋਪ ਹੋ ਗਏ ਅਨਮੋਲ ਗਗਨ ਮਾਨ ਜੀ। ਅਸੀਂ ਤਾਂ ਇੱਕ ਮਿਸ ਕਾਲ ਕਰਦੇ ਹੁੰਦੇ, ਨਾਲ ਦੀ ਨਾਲ ਬੈਕ ਕਾਲ ਆਉਂਦੀ ਹੁੰਦੀ ਵੀ ਤੁਹਾਡੇ ਨਾਲ ਖੜੇ ਦਿਨ ਹੋਵੇ ਰਾਤ ਹੋਵੇ ਸਾਨੂੰ ਦੱਸਿਓ, ਪਰ ਅੱਜ ਕੱਲ੍ਹ ਅਲੋਪ ਹੋ ਗਏ ਨੇ। ਅਸੀਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦੇ ਹਾਂ ਅਨਮੋਲ ਗਗਨ ਮਾਨ ਜੀ, ਸਾਡੇ ਉਹੀ ਧਰਨਾ ਵਾ ਜਿਹੜਾ 6 ਮਹੀਨੇ ਚੱਲਿਆ ਸੀ, ਉਹੀ ਧਰਨਾ ਜਿਹੜਾ ਦੁਬਾਰਾ ਫਿਰ ਅਸੀਂ ਲਾਉਣ ਲੱਗੇ ਹਾਂ। ਤੁਸੀਂ ਸੱਤਾ 'ਚ ਆ, ਉਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, 1 ਜੂਨ ਤੋਂ ਪੱਕਾ ਧਰਨਾ ਉਸੇ ਚਲਾਵਾਂਗੇ। ਔਰ ਤੁਸੀਂ ਅਨਮੋਲ ਗਗਨ ਮਾਨ ਜੀ ਉਦੋਂ ਆਉਂਦੇ ਹੁੰਦੇ ਸੀ ਡੇਲੀ, ਦਿਨੇ ਵੀ ਔਰ ਰਾਤ ਵੀ, ਹੁਣ ਵੀ ਤੁਸੀਂ ਜ਼ਰੂਰ ਆਇਓ, ਕਿਉਂਕਿ ਉਹੀ ਅਧਿਆਪਕ, ਉਹੀ ਤੁਹਾਡੀਆਂ ਭੈਣਾਂ ਜਿਨ੍ਹਾਂ ਨੂੰ ਜੱਫੀਆਂ ਪਾ ਮਿਲਦੇ ਹੁੰਦੇ ਸੀ। ਜ਼ੁਲਮ ਜਿਹੜਾ ਮੁਗਲ ਕਰਦੇ ਹੁੰਦੇ ਸੀ, ਜਿਹੜਾ ਜ਼ੁਲਮ ਤੁਹਾਡੇ ਤੇ ਹੋ ਰਿਹਾ, ਪਰ ਉਹੀ ਮੁਗਲ ਤੁਸੀਂ ਬਣ ਗਏ ਆ। ਉਹੀ ਜ਼ੁਲਮ ਧੀਆਂ ਭੈਣਾਂ ਅੱਜ ਵੀ ਸੜਕਾਂ ਤੇ ਰੁਲੀ ਜਾਂਦੀਆਂ, ਚੇਂਜ ਕੋਈ ਨਹੀਂ ਆਇਆ। ਸਾਡੇ 'ਚ ਆ ਕੇ ਬੈਠੋ, ਇਹਨਾਂ ਧੀਆਂ ਭੈਣਾਂ ਨੂੰ ਦੱਸੋ ਕਿ ਤੁਹਾਨੂੰ ਵੋਟਾਂ ਪਾਈਆਂ ਸੀ ਇਹਨਾਂ ਨੇ, ਤੁਹਾਡੀਆਂ ਗੱਲਾਂ 'ਚ ਆ ਕੇ ਤੁਹਾਡੇ ਹਾਲਾਤ ਤੁਹਾਡੇ ਵੀ ਉਹੀ ਆ, ਕੋਈ ਫਰਕ ਨਹੀਂ, ਕੋਈ ਚੇਂਜ ਨਹੀਂ। ਔਰ ਜਿਹੜੇ ਮੀਤ ਹੈਰ ਜੀ ਆ ਸਾਡੇ ਸਿੱਖਿਆ ਮੰਤਰੀ ਪੰਜਾਬ ਨੇ, ਅੱਜ ਤੱਕ ਸਾਨੂੰ ਮਿਲੇ ਹੀ ਨਹੀਂ। ਉਹਨਾਂ ਨੇ ਕਦੀ ਇਹ ਨਹੀਂ ਚਾਹਿਆ ਕਿ ਮੈਂ ਤੁਹਾਡੇ ਨਾਲ ਟੈਂਕੀਆਂ 'ਤੇ ਬਹਿ ਕੇ ਉਦੋਂ ਫੋਟੋਆਂ ਕਰਵਾ ਕੇ ਤੁਹਾਨੂੰ ਹੌਸਲੇ ਦਿੰਦਾ ਰਿਹਾ, ਤੁਹਾਡੇ ਵਿੱਚ ਆ ਕੇ ਬੈਠਦੇ ਰਿਹਾ। ਕਿ ਸਿੱਖਿਆ ਦਾ ਮਿਆਰ ਤਾਂ ਕਹਿ ਰਹੇ ਬੜਾ ਉੱਚਾ ਹੋ ਗਿਆ ਜੀ, ਮੀਟਿੰਗਾਂ ਕਰ ਰਹੇ ਸਾਰੇ ਪੰਜਾਬ ਦੇ ਪ੍ਰਿੰਸੀਪਲ BOs ਨਾਲ ਕਿ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਜੀ, ਤੁਹਾਨੂੰ ਉੱਥੋਂ ਦੇ ਟੂਰ ਕਰਾਇਆ ਕਰਾਂਗੇ, ਤੁਹਾਨੂੰ ਉੱਥੋਂ ਦੀਆਂ ਟ੍ਰੇਨਿੰਗ ਦਵਾਇਆ ਕਰਾਂਗੇ। ਪਹਿਲਾਂ ਮੈਨੂੰ ਇਹ ਦੱਸੋ ਵੀ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲਈਏ ਕਿ ਪੰਜਾਬ ਦਾ ਜਿਹੜਾ ਅਧਿਆਪਕ ਆ ਉਹ ਤਾਂ ਸੜਕਾਂ 'ਤੇ ਤੁਰਿਆ ਫਿਰਦਾ। ਸਿਰਫ ਉਹ ਸਟੰਟ ਸੀਗੇ ਜਿਹੜੇ ਅਕਾਲੀਆਂ ਟਾਈਮ ਸੁਖਬੀਰ ਬਾਦਲ ਹੋਣੀ ਕਰਦੇ ਹੁੰਦੇ ਸੀ, ਕਾਂਗਰਸ ਟਾਈਮ ਚੰਨੀ ਹੋਣੀ ਆ ਗਏ, ਤਾਂ ਕੈਪਟਨ ਸਾਹਿਬ ਹੋਣੀ ਆ ਗਏ, ਉਹ ਵੀ ਆਏ ਤੇ ਗਏ, ਉਹਨਾਂ ਦੇ ਵੀ ਸਟੰਟ ਹੀ ਸੀ ਔਰ ਸਟੰਟਾਂ ਦੀ ਵਾਰੀ ਇਹਨਾਂ ਦੀ ਵੀ ਆ ਗਈ ਆ। ਇਹ ਉਹ ਅਧਿਆਪਕ ਨੇ ਜੋ ਲਗਾਤਾਰ ਕਾਫੀ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ, ਕੱਚੇ ਅਧਿਆਪਕ ਨੇ ਜੋ ਪੱਕੇ ਹੋਣ ਦੀ ਡਿਮਾਂਡ ਨੂੰ ਲੈ ਕੇ, ਚਾਹੇ ਅਕਾਲੀਆਂ ਦੀ ਸਰਕਾਰ ਹੈ, ਕਾਂਗਰਸ ਦੀ ਹੈ, ਚਾਹੇ ਆਮ ਆਦਮੀ ਪਾਰਟੀ ਦੀ ਹੈ, ਲਗਾਤਾਰ ਪ੍ਰੋਟੈਸਟ ਕਰਦੇ ਆਏ ਨੇ। ਕਾਫੀ ਲੰਮਾ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਬਾਹਰ ਵੀ ਬੈਠੇ ਰਹੇ, ਮਿਲਣ ਦਾ ਵੀ ਸਮਾਂ ਦਿੱਤਾ ਗਿਆ, ਮੀਟਿੰਗਾਂ ਵੀ ਹੁੰਦੀਆਂ ਨੇ, ਪਰ ਸਹਿਮਤੀ ਕਿਤੇ ਵੀ ਨਹੀਂ ਬਣੀ। ਤੁਹਾਡੇ ਕਿਹੜੇ ਮਸਲੇ ਨੇ, ਮੀਟਿੰਗਾਂ ਤੁਹਾਡੀ ਹੁੰਦੀਆਂ ਫਿਰ ਮੀਟਿੰਗਾਂ ਵਿੱਚ ਸਿੱਟੇ ਨਹੀਂ ਨਿਕਲੇ, ਕਿਹੜੇ ਅਹਿਮ ਮਸਲੇ ਨੇ ਜੋ ਮੁੱਦੇ ਨੇ ਜੋ ਪੰਜਾਬ ਸਰਕਾਰ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਪੂਰੇ ਪੰਜਾਬ ਦੀ ਜਿਹੜੀ ਕੱਚੇ ਅਧਿਆਪਕਾਂ ਦੀ ਗਿਣਤੀ ਆ 13,000 ਆ ਔਰ ਸਾਰੇ ਦੇ ਸਾਰੇ ETT B.Ed M.Ed PhD ਕੇਸਿਸ ਵੀ ਹੈਗੇ ਔਰ ਸਾਰੇ ਵਿੱਚ ਟੈਟ ਕਲੀਅਰ ਵੀ ਹੈਗੇ ਨੇ। 12-12 13-13 ਸਾਲ ਹੋ ਗਏ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਕੰਮ ਕਰਦੇ। ਅਕਾਲੀਆਂ ਨੇ ਕੁਛ ਨਹੀਂ ਕੀਤਾ, ਉਸ ਤੋਂ ਬਾਅਦ ਕਾਂਗਰਸ ਆ ਗਈ, ਕੈਪਟਨ ਸਾਹਿਬ ਆ ਗਏ। ਕੈਪਟਨ ਸਾਹਿਬ ਸੱਤਾ 'ਚ ਨਹੀਂ ਸੀ ਆਏ, ਅਜੇ ਕਾਂਗਰਸ ਨਹੀਂ ਸੀ ਬਣੀ ਔਰ ਧਰਨੇ 'ਚ ਆ ਕੇ ਬੋਲ ਕੇ ਗਏ ਸੀ ਮੈਂ ਪਹਿਲੀ ਕੈਬਨਿਟ ਤੁਹਾਨੂੰ ਸਾਰੇ ਹੀ 13,000 ਅਧਿਆਪਕਾਂ ਨੂੰ ਮੈਂ ਰੈਗੂਲਰ ਕਰੂੰਗਾ। ਕੈਪਟਨ ਸਾਹਿਬ ਗਏ, ਚੰਨੀ ਸਾਹਿਬ ਗਏ, ਆ ਗਏ ਭਗਵੰਤ ਮਾਨ ਹੋਣੀ, ਇਹ ਵੀ ਕਹਿੰਦੇ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਧਰਨੇ 'ਚ ਬੈਠ ਕੇ ਸਾਡੇ ਕੋਲ ਵੀਡੀਓਜ਼ ਨੇ। ਕੇਜਰੀਵਾਲ ਸਾਹਿਬ ਖੁਦ ਆਏ ਸੀ, ਭਗਵੰਤ ਮਾਨ ਜੀ ਆਏ ਸੀ ਕਿ ਪਹਿਲੀ ਕੈਬਨਿਟ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ। ਅਸੀਂ ਕਿਹਾ ਫਿਰ ਰੈਗੂਲਰ ਦਾ ਪ੍ਰੋਸੈਸ ਛੱਡ ਦਿਓ, ਤੁਸੀਂ ਦਿੱਲੀ ਦੀ ਤਰਜ਼ ਤੇ 36,000 ਰੁਪਏ ਜਿਹੜੀ
ਤਨਖਾਹ ਮਿਲ ਰਹੀ ਹੈ। ਇੱਕ ਵਾਰੀ ਤੁਸੀਂ ਤਨਖਾਹ ਵਾਧਾ ਕਰ ਦਿਓ, ਬਾਕੀ ਹੌਲੀ ਹੌਲੀ ਰੈਗੂਲਰ ਦਾ ਪ੍ਰੋਸੈਸ ਚਲਾ ਕੇ ਸਾਨੂੰ ਰੈਗੂਲਰ ਕਰ ਦਿਓ। ਪਰ 2 ਮਹੀਨੇ ਬੀਤਣ ਤੋਂ ਬਾਅਦ ਵੀ ਸਿੱਖਿਆ ਦਾ ਮਿਆਰ ਤਾਂ ਕਹਿ ਰਹੇ ਬੜਾ ਉੱਚਾ ਹੋ ਗਿਆ ਜੀ। ਮੀਟਿੰਗਾਂ ਕਰ ਰਹੇ ਸਾਰੇ ਪੰਜਾਬ ਦੇ ਪ੍ਰਿੰਸੀਪਲ BOs ਨਾਲ ਕਿ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਜੀ, ਤੁਹਾਨੂੰ ਉੱਥੋਂ ਦੇ ਟੂਰ ਕਰਾਇਆ ਕਰਾਂਗੇ, ਤੁਹਾਨੂੰ ਉੱਥੋਂ ਦੀਆਂ ਟ੍ਰੇਨਿੰਗ ਦਵਾਇਆ ਕਰਾਂਗੇ। ਪਹਿਲਾਂ ਮੈਨੂੰ ਇਹ ਦੱਸੋ ਵੀ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲਈਏ ਕਿ ਪੰਜਾਬ ਦਾ ਜਿਹੜਾ ਅਧਿਆਪਕ ਆ ਉਹ ਤਾਂ ਸੜਕਾਂ ਤੇ ਤੁਰਿਆ ਫਿਰਦਾ, ETT B.Ed ਕਰਕੇ ਲਗਾਤਾਰ ਟੈਸਟ ਕਲੀਅਰ ਕਰਕੇ 12 ਸਾਲਾਂ ਤੋਂ ਧੱਕੇ ਖਾਂਦੇ ਫਿਰਦੇ। 6000 ਰੁਪਈਆ ਤੁਸੀਂ ਤਨਖਾਹ ਦਿੰਦੇ ਹੋ। 6000 ਤਾਂ ਜਿਹੜਾ ਡੀਜ਼ਲ ਪੈਟਰੋਲ ਦਾ ਖਰਚਾ ਜਿਹੜਾ ਇੱਕ ਲੇਡੀਜ਼ ਨੇ ਵੀ ਸਕੂਟੀ ਤੇ ਜਾਣਾ ਹੋਵੇ ਤਾਂ ਉਹ ਵਾਰਾ ਹੀ ਨਹੀਂ ਖਾਂਦਾ, ਉਹਦਾ ਤੇਲ ਹੀ ਫੂਕਿਆ ਜਾਂਦਾ। ਘਰ ਕਿਵੇਂ ਚੱਲਦੇ ਹੋਣਗੇ? ਸਿਰਫ ਇੱਕ ਆਸ ਸੀ ਕਿ ਸਰਕਾਰ ਆਊਗੀ ਔਰ ਸਾਨੂੰ ਰੈਗੂਲਰ ਕਰੂਗੀ, ਘੱਟ ਤੋਂ ਘੱਟ ਤਨਖਾਹ ਸਾਡੀ ਜਿਹੜੀ 36000 ਕਰ ਦੂਗੀ। ਪਰ 2 ਮਹੀਨੇ ਹੋ ਗਏ, ਸਾਨੂੰ ਤਾਂ ਇਹਨਾਂ ਦਾ ਉੱਪਰ ਵੀ ਵਿਸ਼ਵਾਸ ਉੱਠ ਗਿਆ ਵੀ ਇਹਨਾਂ ਦੇ ਵੀ ਹਾਲਾਤ ਮਾੜੇ ਹੀ ਆ। ਸਿਰਫ ਉਹ ਸਟੰਟ ਸੀਗੇ ਜਿਹੜੇ ਅਕਾਲੀਆਂ ਟਾਈਮ ਸੁਖਬੀਰ ਬਾਦਲ ਹੋਣੀ ਕਰਦੇ ਹੁੰਦੇ ਸੀ, ਕਾਂਗਰਸ ਟਾਈਮ ਚੰਨੀ ਹੋਣੀ ਆ ਗਏ ਤਾਂ ਕੈਪਟਨ ਸਾਹਿਬ ਹੋਣੀ ਆ ਗਏ, ਉਹ ਵੀ ਆਏ ਤੇ ਗਏ, ਉਹਨਾਂ ਦੇ ਵੀ ਸਟੰਟ ਹੀ ਸੀ ਔਰ ਸਟੰਟਾਂ ਦੀ ਵਾਰੀ ਇਹਨਾਂ ਦੀ ਵੀ ਆ ਗਈ ਆ। ਔਰ ਜਿਹੜੇ ਮੀਤ ਹੇਰ ਜੀ ਆ ਸਾਡੇ ਸਿੱਖਿਆ ਮੰਤਰੀ ਪੰਜਾਬ ਨੇ, ਅੱਜ ਤੱਕ ਸਾਨੂੰ ਮਿਲੇ ਹੀ ਨਹੀਂ। ਉਹਨਾਂ ਨੇ ਕਦੀ ਇਹ ਨਹੀਂ ਚਾਹਿਆ ਕਿ ਮੈਂ ਤੁਹਾਡੇ ਨਾਲ ਟੈਂਕੀਆਂ 'ਤੇ ਬਹਿ ਕੇ ਉਦੋਂ ਫੋਟੋਆਂ ਕਰਵਾ ਕੇ ਤੁਹਾਨੂੰ ਹੌਸਲੇ ਦਿੰਦਾ ਰਿਹਾ, ਤੁਹਾਡੇ ਵਿੱਚ ਆ ਕੇ ਬੈਠਦੇ ਰਿਹਾ। ਅਗਲੀ ਗੱਲ, ਅਨਮੋਲ ਗਗਨ ਮਾਨ ਜੀ ਜੋ ਇੱਥੋਂ ਮੁਹਾਲੀ ਤੋਂ ਹੀ ਸੀ, ਖਰੜ ਤੋਂ ਖੜੇ ਸੀਗੇ, ਚਾਹ ਪਾਣੀ ਦਾ ਇੰਤਜ਼ਾਮ ਉਹ ਕਰਾਉਂਦੇ ਹੁੰਦੇ ਸੀ ਔਰ ਟੈਂਟਾਂ ਦੇ ਖਰਚੇ ਵਗੈਰਾ ਵੀ ਸਾਨੂੰ ਦੇਂਦੇ ਹੁੰਦੇ ਸੀ ਵੀ ਤੁਹਾਡੇ ਫੰਡ 'ਚ ਤੁਹਾਡੀ ਪ੍ਰੋਬਲਮ ਆਉਂਦੀ ਹੈ। ਹੋਰ ਵੀ ਚਲੋ ਜਿਹੜਾ ਵੀ ਸਮਾਜ ਸੇਵੀ ਆਉਂਦਾ ਸੀ ਅਸੀਂ ਹੈਲਪ ਲੈਂਦੇ ਸੀ, ਕਿਉਂਕਿ 6000 ਸਾਡੇ ਕਿੱਥੋਂ ਧਰਨੇ ਚੱਲਣੇ ਸੀ। ਚਲੋ ਅੱਜ ਉਹ ਅਲੋਪ ਹੋ ਗਏ ਅਨਮੋਲ ਗਗਨ ਮਾਨ ਜੀ। ਅਸੀਂ ਤਾਂ ਇੱਕ ਮਿਸ ਕਾਲ ਕਰਦੇ ਹੁੰਦੇ, ਨਾਲ ਦੀ ਨਾਲ ਬੈਕ ਕਾਲ ਆਉਂਦੀ ਹੁੰਦੀ ਵੀ ਤੁਹਾਡੇ ਨਾਲ ਖੜੇ, ਦਿਨ ਹੋਵੇ ਰਾਤ ਹੋਵੇ ਸਾਨੂੰ ਦੱਸਿਓ। ਪਰ ਅੱਜ ਕੱਲ੍ਹ ਅਲੋਪ ਹੋ ਗਏ ਨੇ। ਅਸੀਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦੇ ਹਾਂ ਅਨਮੋਲ ਗਗਨ ਮਾਨ ਜੀ, ਸਾਡੇ ਉਹੀ ਧਰਨਾ ਵਾ ਜਿਹੜਾ 6 ਮਹੀਨੇ ਚੱਲਿਆ ਸੀ, ਉਹੀ ਧਰਨਾ ਜਿਹੜਾ ਦੁਬਾਰਾ ਫਿਰ ਅਸੀਂ ਲਾਉਣ ਲੱਗੇ ਹਾਂ। ਤੁਸੀਂ ਸੱਤਾ 'ਚ ਆ, ਉਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, 1 ਜੂਨ ਤੋਂ ਪੱਕਾ ਧਰਨਾ ਉਸੇ ਚਲਾਵਾਂਗੇ। ਔਰ ਤੁਸੀਂ ਅਨਮੋਲ ਗਗਨ ਮਾਨ ਜੀ ਉਦੋਂ ਆਉਂਦੇ ਹੁੰਦੇ ਸੀ ਡੇਲੀ, ਦਿਨੇ ਵੀ ਔਰ ਰਾਤ ਵੀ, ਹੁਣ ਵੀ ਤੁਸੀਂ ਜ਼ਰੂਰ ਆਇਓ, ਕਿਉਂਕਿ ਉਹੀ ਅਧਿਆਪਕ ਉਹੀ ਤੁਹਾਡੀਆਂ ਭੈਣਾਂ ਜਿਨ੍ਹਾਂ ਨੂੰ ਜੱਫੀਆਂ ਪਾ ਮਿਲਦੇ ਹੁੰਦੇ ਸੀ ਕਿ ਤੁਹਾਡਾ ਜਿਹੜਾ ਜ਼ੁਲਮ ਜਿਹੜਾ ਮੁਗਲ ਕਰਦੇ ਹੁੰਦੇ ਸੀ, ਜਿਹੜਾ ਜ਼ੁਲਮ ਤੁਹਾਡੇ ਤੇ ਹੋ ਰਿਹਾ, ਪਰ ਉਹੀ ਮੁਗਲ ਤੁਸੀਂ ਬਣ ਗਏ ਆ। ਉਹੀ ਜ਼ੁਲਮ ਧੀਆਂ ਭੈਣਾਂ ਅੱਜ ਵੀ ਸੜਕਾਂ ਤੇ ਰੁਲੀ ਜਾਂਦੀਆਂ, ਚੇਂਜ ਕੋਈ ਨਹੀਂ ਆਇਆ। ਸਾਡੇ 'ਚ ਆ ਕੇ ਬੈਠੋ, ਇਹਨਾਂ ਧੀਆਂ ਭੈਣਾਂ ਨੂੰ ਦੱਸੋ ਕਿ ਤੁਹਾਨੂੰ ਵੋਟਾਂ ਪਾਈਆਂ ਸੀ ਇਹਨਾਂ ਨੇ, ਤੁਹਾਡੀਆਂ ਗੱਲਾਂ 'ਚ ਆ ਕੇ ਤੁਹਾਡੇ ਹਾਲਾਤ ਤੁਹਾਡੇ ਵੀ ਉਹੀ ਆ, ਕੋਈ ਫਰਕ ਨਹੀਂ, ਕੋਈ ਚੇਂਜ ਨਹੀਂ। ਅਨਮੋਲ ਗਗਨ ਮਾਨ ਦੀ ਗੱਲ ਕੀਤੀ ਹੈ, ਹੁਣ ਫੋਨ ਤੇ ਗੱਲ ਹੋ ਜਾਂਦੀ ਹੈ ਜਦੋਂ ਦੀ ਸੱਤਾ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਹੈ। ਦੇਖੋ ਜੀ, ਅਨਮੋਲ ਗਗਨ ਮਾਨ ਜੀ ਦਾ ਪਰਸਨਲ 1 ਨੰਬਰ ਸੀ, ਸੋ ਸਾਡੀ ਲੀਡਰਸ਼ਿਪ ਕੋ ਹੈਗਾ ਸੀ। ਸਾਨੂੰ ਕਦੇ ਵੀ ਦਿਨ ਰਾਤ ਕਦੇ ਲੋੜ ਪੈਂਦੀ ਸੀ, ਲੇਡੀਜ਼ ਵੀ ਉਹਨਾਂ ਨੂੰ ਫੋਨ ਕਰ ਲੈਂਦੇ ਸੀ, ਸਾਡੇ ਹਰਪ੍ਰੀਤ ਮੈਡਮ ਜਾਂ ਕੋਈ ਵੀ ਸੀਗੇ, ਔਰ ਨਾਲ ਦੀ ਨਾਲ ਬੈਕ ਕਾਲ ਵੀ ਆਉਂਦੀ ਸੀ। ਕੋਈ ਵੀ ਪ੍ਰੋਬਲਮ ਹੋਵੇ ਉਹਦਾ ਉਹ ਸੌਟ ਆਊਟ ਕਰਦੇ ਸੀ। ਪਰ ਅੱਜ ਕੱਲ੍ਹ ਉਹ ਨੰਬਰ ਤਾਂ ਬੰਦ ਹੋ ਗਿਆ। ਦੂਜੇ 1-2 ਨੰਬਰ ਉਹਨਾਂ ਜਿਹੜੇ ਦਿੱਤੇ ਹੋਏ ਆ, ਜਦੋਂ ਵੀ ਕਾਲ ਕਰੋ ਤੇ ਮੈਡਮ ਹੋਣੀ ਬਿਜ਼ੀ ਨੇ, ਗੱਲ ਹੁਣ ਕਰਵਾਉਂਦੇ ਆ, ਕੱਲ ਕਰਵਾਉਂਦੇ ਆ, ਪਰਸੋਂ ਕਰਵਾਉਂਦੇ ਆ, ਅੱਜ ਤੱਕ ਸਾਡੀ ਕਦੇ ਗੱਲ ਹੀ ਨਹੀਂ ਹੋਈ। ਤੁਹਾਡੇ ਚੈਨਲ ਲਈ ਸ਼ਾਇਦ ਉਹ ਸੁਣ ਲੈਣ ਕਿ ਉਹੀ ਕੱਚੇ ਅਧਿਆਪਕ ਆ ਜਿਨ੍ਹਾਂ ਧਰਨੇ ਜਾ ਕੇ ਤੁਸੀਂ ਬੈਠਦੇ ਸੀ। ਕਿਰਪਾ ਕਰਕੇ ਹੁਣ ਫਿਰ ਧਰਨਾ ਪੱਕਾ ਲਾਉਣ ਲੱਗੇ ਆ, ਤੁਹਾਡੀ ਸਰਕਾਰ ਚਲਾਉਣ ਲੱਗੇ ਆ, ਹੁਣ ਜ਼ਰੂਰ ਆਇਓ ਇੱਕ ਵਾਰੀ। ਤੁਸੀਂ ਹੁਣ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਚੰਡੀਗੜ੍ਹ ਪਹੁੰਚ ਜਾਓ, ਲੱਗਦਾ ਪਹੁੰਚ ਜਾਓਗੇ ਚੰਡੀਗੜ੍ਹ, ਕਿਉਂਕਿ ਹਰ ਕੋਈ ਜੋ ਪ੍ਰੋਟੈਸਟ ਕਰਦਾ, ਧਰਨੇ ਦਿੰਦਾ, ਮੋਹਾਲੀ ਆ ਕੇ ਉਹ ਚੰਡੀਗੜ੍ਹ ਪਾਰ ਕਰਨ ਦੀ ਕੋਸ਼ਿਸ਼ ਕਰਦਾ। ਤੁਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ, ਤੁਸੀਂ ਪਹੁੰਚ ਗਏ, ਤਤਾਲੀ ਬੱਸ ਸਟੈਂਡ ਤੋਂ ਵੀ ਅੱਗੇ ਚਲੇ ਗਏ ਸੀ, ਉਸ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਕੂਚ ਕਰਨਾ ਚਾਹੁੰਦੇ ਸੀ, ਤੁਹਾਨੂੰ ਜਾਣ ਨਹੀਂ ਦਿੱਤਾ, ਅੱਜ ਫਿਰ ਤੀਜੀ ਵਾਰ ਤੁਸੀਂ ਜਾਣਾ ਚਾਹੁੰਦੇ ਸੀ। ਦੇਖੋ, ਇਤਿਹਾਸ ਆ ਸਾਡੇ ਜਥੇਬੰਦੀ ਦਾ ਕਿ ਅਸੀਂ ਜਦੋਂ ਲੜਨ ਤੇ ਆ ਗਿਆ, ਆਹੀ ਸਾਡੀ ਕਰੀਮ ਆ ਪੰਜਾਬ ਦੀ, ਇਹ ਡਰਨ ਵਾਲੇ ਹੈ ਨਹੀਂ। ਆ ਜਿਹੜਾ ਬੈਰੀਅਰ ਆ ਇਹ ਤਾਂ ਪੰਜਾਬ ਵਾਲਾ ਸੀ, ਇਹ ਤੇ ਕਹਿੰਦੇ ਹੁੰਦੇ ਵੀ ਲੰਘ ਜੋ ਤੁਸੀਂ, ਸਾਡਾ ਸਿਆਪਾ ਗਲੋਂ ਲੱਥੇ, ਤੁਸੀਂ ਜਾਓ ਚੰਡੀਗੜ੍ਹ ਵੱਲ। ਤੇ ਚੰਡੀਗੜ੍ਹ ਵਾਲੇ ਚਲੋ ਸਾਡੀ ਮੁੱਠਭੇੜ ਬਹੁਤ ਵਾਰੀ ਹੋਈ ਆ, ਅਸੀਂ ਉਹਨਾਂ ਨੂੰ ਵੀ ਬੈਰੀਕੇਡ ਚੱਕ ਕੇ ਤਾਂ ਅਸੀਂ 43 ਦੀਆਂ ਲਾਈਟਾਂ ਤੱਕ ਪਹੁੰਚ ਗਏ ਸੀ। ਜੇ ਉਦੋਂ ਅਸੀਂ ਜਾ ਸਕਦੇ ਹਾਂ ਤੇ ਅੱਜ ਵੀ ਸਾਡੇ 'ਚ ਕੋਈ ਕਮੀ ਨਹੀਂ ਹੈਗੀ। ਅਸੀਂ ਸਿਰਫ ਵੇਟ ਕਰ ਰਹੇ ਸੀ ਕਿ ਸਾਡੀ ਸ਼ਾਇਦ ਮੀਟਿੰਗ ਹੋ ਜੇ ਉੱਥੇ ਪੰਜਾਬ ਭਵਨ ਦੇ ਵਿੱਚ ਜਾ ਕੇ, ਪਰ ਉੱਧਰੋਂ ਜਵਾਬ ਮਿਲ ਗਿਆ ਕਿ ਤੁਹਾਡੀ ਮੀਟਿੰਗ ਨਹੀਂ ਹੋ ਸਕਦੀ, ਸਾਡੇ ਸਾਥੀ ਆ ਰਿਹਾ, ਲੀਡਰਸ਼ਿਪ ਆ ਰਹੀ ਆ। ਹੁਣ ਇੱਥੋਂ ਉੱਠਾਂਗੇ ਔਰ ਚੰਡੀਗੜ੍ਹ ਵੱਲ ਵਧਾਂਗੇ। ਜੋ ਵੀ ਹੁੰਦਾ, ਜੋ ਮਾਲੀ ਨੁਕਸਾਨ, ਜਾਨੀ ਨੁਕਸਾਨ, ਸੱਟਾਂ ਲੱਗਣ, ਸਭ ਕੁਝ ਸਾਡੇ ਨਾਲ ਹੋ ਚੁੱਕਾ। ਪਾਣੀ ਦੀਆਂ ਵਿਸ਼ਾਰਾਂ ਅਸੀਂ ਝੱਲੀਆਂ ਹੋਈਆਂ ਨੇ ਔਰ ਜਿਹੜੇ ਗੋਲੇ ਗਾਲੇ ਅਸੀਂ ਝੱਲੇ ਹੋਏ ਆ, ਤੇ ਔਰ ਸਾਨੂੰ ਕੋਈ ਬਹੁਤਾ ਡਰ ਨਹੀਂ ਹੈਗਾ, ਕਿਉਂਕਿ ਹੁਣ ਅਸੀਂ ਅਧਿਆਪਕ ਘੱਟ ਆ, ਮੈਨੂੰ ਲੱਗਦਾ ਮਿਲੀਟੈਂਟ ਅਸੀਂ ਜ਼ਿਆਦਾ ਬਣ ਗਏ ਆ ਇਹਨਾਂ ਗੋਲਿਆਂ ਗਾਲਿਆਂ ਦੇ ਵਿੱਚ ਆ ਕੇ। ਵੀ ਆਮ ਦੀ ਪਾਰਟੀ ਸਰਕਾਰ ਤੁਹਾਡੀ ਮੰਗਾਂ ਮੰਨ ਲੂਗੀ ਜਾਂ ਹੱਲੇ ਵੀ ਤੁਹਾਨੂੰ ਲੰਮਾ ਸਮਾਂ ਪ੍ਰੋਟੈਸਟ ਤੇ ਹੀ ਨਿਰਭਰ ਰਹਿਣਾ ਪੈਣਾ? ਦੇਖੋ, ਮੰਗ ਕੋਈ ਸਾਡੀ ਵੱਡੀ ਹੈ ਹੀ ਨਹੀਂ। 13,000 ਅਧਿਆਪਕ ਆਲਰੇਡੀ ਕੰਮ ਕਰ ਰਿਹਾ 12-13 ਸਾਲਾਂ ਤੋਂ, 6-6, 10-10, 12-12 ਹਜ਼ਾਰ ਤਨਖਾਹ ਲੈ ਰਿਹਾ। ਸਿਰਫ ਇੱਕ ਲੈਟਰ ਕੱਢਦੀ ਹੈ ਕਿ ਇਹਨਾਂ ਦੀ ਤਨਖਾਹ 'ਚ ਵਾਧਾ ਕਰਕੇ, ਦਿੱਲੀ ਦੀ ਤਰਜ਼ ਤੇ 36,000 ਫਿਲਹਾਲ ਇਹਨਾਂ ਤਨਖਾਹ ਕਰਕੇ ਤਨਖਾਹ 'ਚ ਵਾਧਾ ਕੀਤਾ ਜਾਂਦਾ। ਮੰਗ ਕੋਈ ਵੱਡੀ ਨਹੀਂ ਹੈਗੀ। ਉਸ ਤੋਂ ਬਾਅਦ ਰੈਗੂਲਰ ਪ੍ਰੋਸੈਸ ਜਿਹੜਾ ਚੱਲਦਾ, ਜਿਵੇਂ ਚੰਨੀ ਸਾਹਿਬ ਹੋਣਾ 35,000 ਪੱਕੇ ਕੀਤੇ, 36,000 ਇਹਨਾਂ ਨੇ ਵੀ 35,000 ਪੱਕੇ ਕਰਤੇ ਆ, ਉਧਰ ਬਾਦਲ ਸਾਹਿਬ ਨੇ ਵੀ ਪੱਕੇ ਕਰਤੇ ਸੀ, ਪਰ ਉਹ ਇੰਪਲੀਮੈਂਟ ਅੱਜ ਤੱਕ ਨਹੀਂ ਹੋਇਆ। ਮੈਨੂੰ ਲੱਗਦਾ ਇਹਨਾਂ ਕੋਲੋਂ ਵੀ ਨਹੀਂ ਹੋਣਾ, ਇਹਨਾਂ ਦੇ ਵੀ ਕੋਰਟ ਕੇਸ 'ਚ ਫਸਣਾ ਸਾਰਾ ਕੁਝ। ਸਾਨੂੰ ਰੈਗੂਲਰ ਦੀ ਪਾਲਿਸੀ 'ਚ ਜੇ ਤੁਸੀਂ ਵੇਟ ਕਰਕੇ ਪਾ ਲਿਓ, ਸਾਡੀ ਤਨਖਾਹ 'ਚ ਵਾਧਾ ਕਰੋ, ਸਾਡਾ ਜਿਹੜੇ ਘਰ ਦੇ ਚੁੱਲ੍ਹੇ ਜਿਹੜੇ ਉਹ ਜਗਣ ਲੱਗ ਜਾਣ। ਮੀਤ ਹੇਰ ਦੀ ਗੱਲ ਕਰੀਏ, ਇੱਕ ਤਸਵੀਰ ਬੜੀ ਵਾਇਰਲ ਹੁੰਦੀ ਹੈ, ਟੈਂਕੀ ਤੇ ਜਾ ਕੇ ਖੁਦ ਬੈਠ ਜਾਂਦੇ ਨੇ MLA ਬਣਨ ਤੋਂ ਪਹਿਲਾਂ।
ਫਿਰ ਤੁਸੀਂ ਅੱਜ ਉਹਨਾਂ ਨੂੰ ਗੁਹਾਰ ਲਗਾ ਰਹੇ ਹੋ। ਹੁਣ ਗੱਲ ਹੁੰਦੀ ਹੈ ਮੀਥੇਰ ਨਾਲ, ਕਿਉਂਕਿ ਕੁਛ ਸਮਾਂ ਪਹਿਲਾਂ ਮੀਥੇਰ ਦੇ ਘਰ ਦੇ ਬਾਹਰ ਬੈਠੇ ਟੀਚਰ ਨੂੰ ਉੱਥੇ ਵੀ ਡਾਂਗਾ ਪਈਆਂ, ਉੱਥੇ ਜਾ ਕੇ ਕੁੱਟਿਆ ਵੀ ਗਿਆ। ਲੱਗਦਾ ਵੀ ਹੱਲੇ ਵੀ ਉਮੀਦ ਹੈਗੀ ਹੈ ਮੀਥੇਰ ਕੋਲ ਕਿ ਨਹੀਂ, ਕਿ ਉਹ ਸਿਆਸੀ ਸਟੰਟ ਸੀ ਜੋ ਤੁਹਾਡੇ ਤਸਵੀਰਾਂ ਖਿਚਾਉਂਦੇ ਸੀ? ਵੇਖੋ ਜੀ, ਆਹ ਤੁਸੀਂ ਫੋਟੋ ਆ ਕੈਮਰੇ 'ਚ ਦੇਖ ਲਓ। ਆ ਭਗਵੰਤ ਮਾਨ ਸਾਹਿਬ ਮੇਰੇ ਨਾਲ ਹੀ ਬੈਠੇ ਹੋਏ ਨੇ। ਇਹ ਸਾਡੇ ਧਰਨੇ 'ਚ ਬੈਠੇ ਸੀਗੇ। ਪਹਿਲੀ ਕੈਬਨਿਟ ਦਾ ਵਾਅਦਾ ਇੱਥੋਂ ਹੀ ਕੀਤਾ ਸੀ ਇਹਨਾਂ ਨੇ, ਔਰ ਸਾਰਿਆਂ ਦੇ ਵਿੱਚ ਜਾ ਕੇ ਬੋਲੇ ਸੀ। ਰਹੀ ਗੱਲ ਮੀਥੇਰ ਦੀ, ਉਹ ਤਾਂ ਅਜੇ ਛੋਟੇ ਲੈਵਲ ਤੇ ਆ ਗਏ। ਕੇਜਰੀਵਾਲ ਸਾਹਿਬ ਖੁਦ ਬੋਲ ਕੇ ਗਏ ਸੀਗੇ, ਭਗਵੰਤ ਮਾਨ ਸਾਹਿਬ ਖੁਦ ਬੋਲ ਕੇ ਗਏ ਸੀਗੇ ਕਿ ਪਹਿਲੀ ਕੈਬਨਿਟ ਤੁਹਾਨੂੰ ਰੈਗੂਲਰ ਕਰਾਂਗੇ। ਕੇਜਰੀਵਾਲ ਸਾਹਿਬ ਨਹੀਂ ਲੱਭੇ, ਭਗਵੰਤ ਮਾਨ ਸਾਹਿਬ ਨਹੀਂ ਲੱਭੇ। ਉਹਨਾਂ ਦੇ ਸਿੱਖਿਆ ਮੰਤਰੀ, ਤੁਸੀਂ ਕਹਿ ਰਹੇ ਫੋਨ ਦੀ ਗੱਲ ਕਰਦੇ ਆ, ਅਸੀਂ ਐਮਐਲਏ ਰਾਹੀਂ ਵੀ ਸਿਫਾਰਸ਼ਾਂ ਪਾ ਕੇ ਦੇਖ ਲਈਆਂ, ਵੈਸੇ ਵੀ ਅਸੀਂ ਪਹੁੰਚ ਕਰਕੇ ਦੇਖ ਲਈ, ਪਰ ਅਜੇ ਤੱਕ ਉਹਨਾਂ ਨਾਲ ਸਾਡੀ ਕੋਈ ਬੈਠ ਕੇ ਚੰਗੀ ਤਰ੍ਹਾਂ ਗੱਲਬਾਤ ਨਹੀਂ ਹੋਈ। ਔਰ ਮੈਂ ਆਸ ਕਰਦਾ ਵੀ ਜਿੱਡਾ ਕੁ ਅਹੁਦਾ ਉਹਨਾਂ ਕੋਲ ਵੱਡਾ ਮਿਲਦਾ ਦਾ ਆਉਣ ਵਾਲੇ ਟਾਈਮ ਦੇ ਵਿੱਚ ਹੀ ਸੰਘਰਸ਼ ਨਾਲ ਮੀਟਿੰਗ ਲੈ ਲਈਏ ਤੇ ਲੈ ਲਈਏ, ਵੈਸੇ ਉਹ ਸਾਰ ਕਿਸੇ ਦੀ ਨਹੀਂ ਲੈਂਦੇ। ਤੁਸੀਂ ਕਹਿੰਦੇ ਵੀ ਧਰਨੇ ਵਿੱਚ ਆ ਕੇ ਬੈਠੇ ਨੇ ਭਗਵੰਤ ਮਾਨ, ਮੀਥੇਰ ਦੀ ਗੱਲ ਕਰ ਲਈ, ਅਨਮੋਲ ਗਗਨ ਮਾਨ, ਤੁਸੀਂ ਕਹਿੰਦੇ ਵੀ ਤੁਹਾਡੀ ਹੈਲਪ ਮਦਦ ਵੀ ਕਰਦੇ ਹੁੰਦੇ ਸੀ। ਫਿਰ ਸੱਤਾ ਵਿੱਚ ਆਉਣ ਤੋਂ ਬਾਅਦ ਕੀ ਸਾਰੇ ਬਦਲ ਜਾਂਦੇ ਨੇ ਜਾਂ ਲੋਕ ਉਹੀ ਰਹਿੰਦੇ ਨੇ ਵੀ ਲੋਕਾਂ ਨੂੰ ਰਸਤਾ ਇੱਕ ਚੁਣਨਾ ਪੈਂਦਾ ਧਰਨੇ ਦਾ ਹੀ? ਵੇਖੋ ਜੀ, ਕੋਈ ਵੀ ਆ, ਚਾਹੇ ਆਮ ਬੰਦਾ, ਜਦੋਂ ਕੁਰਸੀ ਆ ਜਾਂਦੀ ਕੋਲ ਤਾਂ ਦਿਮਾਗ ਵੱਡਿਆਂ ਦੇ ਖਰਾਬ ਹੋ ਜਾਂਦੇ ਆ। ਸੋ ਇਹਨਾਂ ਦੇ ਵੀ ਕੁਰਸੀਆਂ ਮਿਲਣ ਦੇ ਨਾਲ ਹੀ ਕੁਰਸੀਆਂ ਮਿਲ ਵੀ ਜ਼ਿਆਦਾ ਗਈਆਂ। 92 ਦੀ ਆਸ ਹੀ ਕੋਈ ਨਹੀਂ ਸੀ ਕਿ 92 ਸੀਟਾਂ ਇਹਨਾਂ ਜੋ ਆ ਜਾਣਗੀਆਂ। 40-50 ਦੇ ਬੈਠੇ ਸੀ ਔਰ ਲੋੜ ਤੋਂ ਵੱਧ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਸਪੋਰਟ ਕੀਤੀ ਔਰ ਆਮ ਆਦਮੀ ਪਾਰਟੀ ਲੈ ਕੇ ਆਏ ਸੱਤਾ ਦੇ ਵਿੱਚ। ਪਰ ਜੇ ਆਹੀ ਹਾਰ ਰਿਹਾ ਤੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਹੋਣਗੀਆਂ ਉਹਦੇ ਵਿੱਚ 92 ਕੱਟੀਆਂ ਜਾਣਗੀਆਂ, ਸ਼ਾਇਦ ਇੱਕ ਦੋ ਇਹਨਾਂ ਨੂੰ ਸੀਟਾਂ ਮਿਲ ਜਾਣ ਜੇ ਆਹੀ ਹਾਲਾਤ ਰਿਹਾ। ਕਿਉਂਕਿ ਸਿੱਖਿਆ ਦੇ ਨਾਂ ਤੇ ਝੂਠ ਬੋਲ ਕੇ ਤੁਸੀਂ ਲੋਕਾਂ ਕੋਲੋਂ ਵੋਟਾਂ ਲਈਆਂ ਕਿ ਸਿੱਖਿਆ ਦਾ ਮਿਆਰ ਉੱਪਰ ਚੱਕ ਦਾਂਗੇ, ਦਿੱਲੀ ਵਰਗੇ ਸਕੂਲ ਬਣਾ ਦਾਂਗੇ, ਡੀਸੀ ਦਾ ਬੇਟਾ ਤੇ ਇੱਕ ਰਿਕਸ਼ੇ ਵਾਲੇ ਦਾ ਬੇਟਾ ਇਕੱਠਾ ਬੈਠ ਕੇ ਪੜ੍ਹਿਆ ਕਰਨਗੇ, ਉਹਨਾਂ ਦੇ ਬੱਚੇ ਇਕੱਠੇ ਹੋਇਆ ਕਰਨਗੇ ਦੀ ਕੋਈ ਏਕਤਾ ਹੋਊਗੀ ਜੀ, ਕੋਈ ਵੰਡ ਨਹੀਂ, ਕੋਈ ਜਾਤੀਵਾਦ ਨਹੀਂ। ਉਹ ਤਾਂ ਗੱਲਾਂ ਰਹਿ ਗਈਆਂ। ਤੁਸੀਂ ਹਾਲਾਤ ਵੇਖੋ ਵੀ 6000 ਦੇ ਨਾਲ ਬਣਦਾ ਕੀ ਆ। 6000 ਦੇ ਨਾਲ ਨਾ ਤਾਂ ਕੋਈ ਚੰਗਾ ਪਿਤਾ ਬਣ ਸਕਦਾ, ਨਾ ਚੰਗਾ ਭਰਾ ਬਣ ਸਕਦਾ, ਨਾ ਚੰਗਾ ਪੁੱਤ ਬਣ ਸਕਦਾ। 6000 ਨਾਲ ਆਪਾਂ ਕਰਾਂਗੇ ਕੀ? ਭਗਵੰਤ ਮਾਨ ਕਹਿੰਦੇ ਨੇ ਪਹਿਲੀ ਵਾਰੀ ਸੱਤਾ ਵਿੱਚ ਸਰਕਾਰ ਆਈ ਹੈ ਪੰਜਾਬ 'ਚ, ਸਮਾਂ ਦੇਣਾ ਚਾਹੀਦਾ। ਕੋਈ 6 ਮਹੀਨੇ ਕਹਿ ਰਿਹਾ, ਕੋਈ 1 ਸਾਲ ਕਹਿ ਰਿਹਾ। ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਸਮਾਂ ਦੇਣਾ ਚਾਹੀਦਾ ਹੈ? ਸਰਕਾਰ ਨੂੰ ਥੋੜਾ ਸੋਚ ਲਵੇ, ਸਮਝ ਲਵੇ ਕਿੱਦਾਂ ਕੰਮ ਹੁੰਦੇ ਨੇ। ਦੇਖੋ ਜੀ, ਅਸੀਂ 2 ਮਹੀਨੇ ਅਸੀਂ ਘਰਾਂ ਚੋਂ ਨਹੀਂ ਨਿਕਲੇ, ਇਹਨਾਂ ਨੂੰ ਪੂਰਾ 2 ਮਹੀਨੇ ਦਾ ਸਮਾਂ ਦਿੱਤਾ। ਉਸ ਤੋਂ ਬਾਅਦ ਵੀ ਅਸੀਂ ਪ੍ਰੋਟੈਸਟ ਨਹੀਂ ਸੀ ਕਰ ਰਹੇ, ਜਸਟ ਇੱਕ ਮੀਟਿੰਗ ਬੁਲਾਈ ਸੀ, ਲੈ ਰਹੇ ਸੀ ਇਹਨਾਂ ਕੋਲ ਕਿ ਐਜੂਕੇਸ਼ਨ ਮਿਨਿਸਟਰੀ ਸਾਨੂੰ ਮੀਟਿੰਗ ਲਈ ਬੁਲਾ ਲੈਣ ਜਾਂ ਸਾਡੇ ਨਾਲ ਬੈਠ ਕੇ ਗੱਲਬਾਤ ਕਰਨੀ, ਕੀ ਹੋ ਸਕਦਾ ਔਰ ਕਿਵੇਂ ਹੋ ਸਕਦਾ, ਕਿੰਨਾ ਕੁ ਟਾਈਮ ਲੱਗ ਸਕਦਾ। ਸਾਡਾ ਦਿਲ ਨਹੀਂ ਕਰਦਾ ਇੰਨੀ ਗਰਮੀ 46 ਡਿਗਰੀ ਦੇ ਵਿੱਚ ਆ ਕੇ ਸੜਕਾਂ ਤੇ ਬੈਠੀਏ। ਇਹਨਾਂ ਦੇ ਵੀ ਬੱਚੇ ਨੇ, ਸਾਡੇ ਵੀ ਬੱਚੇ ਜਿਹੜੇ ਛੱਡ ਕੇ ਆਏ ਆ, ਸਾਡਾ ਦਿਲ ਨਹੀਂ ਕਰਦਾ 250 ਕਿਲੋਮੀਟਰ ਆ ਕੇ ਇੱਥੇ ਸੜਕਾਂ ਤੇ ਬੈਠੀਏ। ਪਰ ਇਹਨਾਂ ਨੇ ਸਾਡੀ ਜਦੋਂ ਸੁਣੀ ਨਹੀਂ, ਕੋਈ ਮੀਟਿੰਗ ਦਾ ਸਮਾਂ ਹੀ ਨਹੀਂ ਦਿੰਦੇ, ਤਾਂ ਲਾਸਟ ਸਾਨੂੰ ਤਾਂ ਐਜੀਟੇਸ਼ਨ ਤਾਂ ਕਰਨਾ ਹੀ ਪਊਗਾ ਨਾ ਵੀ ਅਸੀਂ ਜਿਉਂਦੇ ਜਾਗਦੇ ਆ। ਉਹੀ ਕੱਚੇ ਅਧਿਆਪਕਾਂ ਜਿਹਨਾਂ ਧਰਨੇ ਤੁਸੀਂ ਆ ਕੇ ਬੈਠਦੇ ਸੀ ਔਰ ਤੁਸੀਂ ਇਹ ਵੀ ਕਹਿੰਦੇ ਵੀ ਤੁਹਾਡੇ ਨਾਲ ਰਾਤਾਂ ਬਿਤਾਉਣ ਨੂੰ ਤਿਆਰ ਆ, ਸਭ ਕੁਝ ਕਰਨ ਲਈ ਤਿਆਰ ਸੀ, ਖੜੇ ਸੀ ਦਿਲੋਂ ਤੁਸੀਂ ਸਾਡੇ ਨਾਲ। ਅੱਜ ਉਹ ਦਿਲ ਕਿੱਥੇ ਗਏ ਤੁਹਾਡੇ? ਅੱਜ ਉਹ ਕੀਤੇ ਵਾਅਦੇ ਕਿੱਥੇ ਗਏ ਆ? ਸਾਰਾ ਕੁਝ ਹੀ ਫਲॉप ਹੋ ਗਿਆ। ਸੱਤਾ ਦੇ ਵਿੱਚ ਆ ਕੇ ਵੱਡਿਆਂ ਦੇ ਜਿਹੜੇ ਦਿਮਾਗ ਖਰਾਬ ਹੋ ਚੁੱਕੇ ਆ ਔਰ ਮੈਨੂੰ ਲੱਗਦਾ ਇਹਨਾਂ ਦੇ ਵੀ ਜਿਹਨੂੰ ਆਸ ਹੀ ਕੋਈ ਨਹੀਂ ਸੀ ਐਮਐਲਏ ਬਣਦੀ, ਉਹ ਵੀ ਐਮਐਲਏ ਦੀ ਕੁਰਸੀਆਂ ਤੇ ਬਹਿ ਗਏ। ਉਹਨਾਂ ਨੂੰ ਅੱਜ ਤੱਕ ਯਕੀਨ ਨਹੀਂ ਹੁੰਦਾ ਕਿ ਅਸੀਂ ਐਮਐਲਏ ਬਣ ਗਏ ਆ। ਔਰ ਜਿਨ੍ਹਾਂ ਨੂੰ ਮਿਨਿਸਟਰੀਆਂ ਮਿਲ ਗਈਆਂ ਉਹਨਾਂ ਦੀ ਹਵਾ ਹੀ ਹੋਰ ਹੋ ਗਈ, ਆਮ ਪਬਲਿਕ ਨਾਲ ਡੀਲਿੰਗ ਉਹਨਾਂ ਦੀ ਖਤਮ ਹੋ ਗਈ। ਜਿਵੇਂ ਅਧਿਆਪਕ ਆ, ਮੇਨ ਮੁੱਦਾ ਹੀ ਸਾਡਾ ਕੱਚੇ ਅਧਿਆਪਕਾਂ ਦਾ, ਤੁਸੀਂ ਉਹਨਾਂ ਨਾਲ ਬੈਠਣ ਦੀ ਬਜਾਏ ਤੁਸੀਂ ਅੱਜ ਤੱਕ ਮੀਟਿੰਗ ਨਹੀਂ ਦੇ ਰਹੇ। ਸੰਘਰਸ਼ ਤਾਂ ਕਰਨਾ ਹੀ ਪਊਗਾ, ਸਾਡਾ ਰਾਈਟ ਆ। ਅੱਛਾ, ਇੱਕ ਆਖਰੀ ਸਵਾਲ ਹੈ ਮੇਰਾ, ਮੰਗਦੇ ਤੁਸੀਂ ਨੌਕਰੀਆਂ ਤੇ ਮਿਲਦੀਆਂ ਤੁਹਾਨੂੰ ਡਾਂਗਾ ਨੇ, ਇਹ ਹਰੇਕ ਸਰਕਾਰ ਵੇਲੇ ਇਦਾਂ ਹੁੰਦਾ ਜਾਂ ਚੱਲਦਾ ਆ ਰਿਹਾ, ਇਹਦਾ ਹੱਲ ਕਿਵੇਂ ਹੋ ਸਕਦਾ? ਕਿਉਂ ਬਾਰ-ਬਾਰ ਡਾਂਗਾ ਮਿਲਦੀਆਂ ਨੇ ਅਧਿਆਪਕਾਂ ਨੂੰ? ਦੇਖੋ, ਅਧਿਆਪਕ ਸਰਕਾਰ ਦੀ ਜਿਹੜੀ ਨੀਤੀ ਹੋਏ ਕਿ ਜਿਹੜਾ ਅਧਿਆਪਕ ਉਹ ਕਦੇ ਪੜ੍ਹਾ ਹੀ ਨਾ ਪਾਵੇ ਔਰ ਜਿਹੜਾ ਗਰੀਬ ਦਾ ਬੱਚਾ ਉਹ ਕਦੇ ਪੜ੍ਹੇ ਹੀ ਨਾ। ਜੇ ਉਹ ਪੜ੍ਹ ਗਿਆ ਤਾਂ ਅਧਿਆਪਕ ਤਾਂ ਪਹਿਲਾਂ ਹੀ ਨੌਕਰੀਆਂ ਮੰਗੀ ਜਾਂਦੇ ਆ। ਜੇ ਇਹਨਾਂ ਅਧਿਆਪਕਾਂ ਨੇ ਹੋਰ ਪੈਦਾ ਕੀਤੇ ਪੜ੍ਹੇ ਲਿਖੇ ਤਾਂ ਉਹ ਵੀ ਨੌਕਰੀਆਂ ਮੰਗਣਗੇ। ਜੇ ਨੌਕਰੀਆਂ ਨਾ ਦਿੱਤਾ ਤਾਂ ਇਹਨਾਂ ਦੇ ਗਲ ਨੂੰ ਹੱਥ ਪਾਉਣਗੇ, ਕੁਰਸੀਆਂ ਖੋਣਗੇ। ਸੋ ਇਹਨਾਂ ਦੀ ਪਾਲਿਸੀ ਆ ਕਿ ਜਿਹੜਾ ਇੱਕ ਬੱਚੇ ਆ ਜਿਹੜੀ ਆਉਣ ਵਾਲੀ ਪਨੀਰੀ ਉਹ ਪੜ੍ਹ ਨਾ ਪਾਵੇ ਔਰ ਜਿਹੜੇ ਇਹ ਆ ਅਧਿਆਪਕ ਇਹ ਕਦੀ ਪੜ੍ਹਾਉਣ ਵੱਲ ਧਿਆਨ ਹੀ ਨਾ ਜਾਵੇ, ਹਮੇਸ਼ਾ ਡਾਂਗਾਂ ਵੱਲ, ਸੰਘਰਸ਼ਾਂ ਵੱਲ ਇੱਧਰ ਹੀ ਜੁੜੇ ਰਹਿਣ ਕਿ ਸਾਰੀ ਉਮਰ ਸਾਨੂੰ ਰੈਗੂਲਰ ਕਰ ਦਿਓ, ਸਾਡੀਆਂ ਤਨਖਾਹ ਵਧਾ ਦਿਓ, ਉਹ ਕਰ ਦਿਓ। ਪਰ ਅਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਸੀਰੀਅਸ ਹੋ ਕੇ ਸਿੱਖਿਆ ਵੱਲ ਕਿਸੇ ਨੇ ਧਿਆਨ ਦਿੱਤਾ ਹੋਵੇ। ਇਹਨਾਂ ਦਾ ਵੀ ਹਾਲ ਉਹੀ ਆ। ਆਸ ਹੈਗੀ ਹੈ ਭਗਵੰਤ ਮਾਨ ਕੋਲੋਂ? ਦੇਖੋ, ਆਸ ਦੇ ਸਿਰ ਤੇ ਵੋਟਾਂ ਪਈਆਂ ਸੀ, ਆਸ ਦੇ ਸਿਰ ਤੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਸੀ, ਪਰ ਆਸ ਦੇ ਉੱਤੇ ਖਰੇ ਅਜੇ ਤੱਕ ਤਾਂ ਨਹੀਂ ਉਤਰੇ। ਅਜੇ ਤਾਂ ਡਾਂਗਾ ਹੀ ਮਾਰੀ ਜਾਂਦੇ ਬਰਾਬਰ ਤੇ ਲਿਆ ਕੇ। ਅਨਮੋਲ ਗਗਨ ਮਾਨ ਜੀ ਉਹ ਅਲੋਪ ਹੋ ਗਏ ਆ। ਜਿਹੜੇ ਇਹਨਾਂ ਦਾ ਮੀਥੇਰ ਜੀ ਉਹ ਟੈਂਕੀਆਂ ਤੇ ਬਹਿੰਦੇ ਹੁੰਦੇ ਸੀ, ਅੱਜ ਕੱਲ੍ਹ ਮੈਨੂੰ ਨਹੀਂ ਪਤਾ ਕਿਹੜੇ ਏਸੀ ਰੂਮ 'ਚ ਬੈਠਦੇ ਆ। ਇੱਥੇ ਤਾਂ ਅਸੀਂ ਧੱਕੇ ਧੁੱਕੇ ਖਾ ਕੇ ਆਂਗੇ, ਸਾਨੂੰ ਤਾਂ ਮਿਲੇ ਨਹੀਂ ਨਾ ਉਹਨਾਂ ਦੀ ਗੱਡੀ ਲੱਭਦੀ ਕਿਤੇ। ਉਦੋਂ ਸਾਡੇ ਧਰਨੇ 'ਚ ਆਰਾਮ ਨਾਲ ਆ ਵੀ ਜਾਂਦੇ ਸੀ। ਰਹੀ ਗੱਲ ਭਗਵੰਤ ਮਾਨ ਜੀ ਦੀ, ਉਹ ਤੁਹਾਨੂੰ ਫੋਟੋਆਂ ਦਿਖਾਤੀਆਂ ਕਿ ਸਾਡੇ ਵਿੱਚ ਆ ਕੇ ਬੈਠਦੇ ਹੁੰਦੇ ਸੀ। ਦਿੱਲੀ ਦੇ ਸੀਐਮ ਆ ਕੇ ਸਾਡੇ ਧਰਨੇ 'ਚ ਬੈਠਦੇ ਸੀ। ਬੜੀ ਸ਼ਰਮ ਵਾਲੀ ਗੱਲ ਆ, 2 ਸੀਐਮ
ਇਕੱਠੇ ਹੋ ਕੇ ਵਾਅਦਾ ਕਰਕੇ ਜਾਣ ਔਰ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਵਾਅਦਾ ਪੂਰਾ ਨਾ ਹੋਵੇ ਤਾਂ ਬੜੀ ਸ਼ਰਮਨਾਕ ਗੱਲ ਆ ਸਰਕਾਰ ਲਈ। ਕੱਚੇ ਅਧਿਆਪਕ ਮੀਟਿੰਗ ਮੰਗਦੇ ਨੇ ਵੀ ਮੀਟਿੰਗ ਹੋ ਜਾਵੇ ਤਾਂ ਮੀਟਿੰਗ ਦੇ ਵਿੱਚ ਏਜੰਡਾ ਰੱਖਿਆ ਜਾਵੇ ਜਿੰਨੇ ਵੀ ਕੱਚੇ ਅਧਿਆਪਕ ਨੇ ਉਹ ਪੱਕੇ ਹੋ ਜਾਣ। ਪਰ ਉਸ ਤੋਂ ਪਹਿਲਾਂ ਤਨਖਾਹ ਦੀ ਗੱਲ ਕਰਦੇ ਨੇ। ਇਹਨਾਂ ਅਧਿਆਪਕਾਂ ਨੂੰ 6000 ਰੁਪਈਆ 8000 ਰੁਪਈਆ ਤਨਖਾਹ ਜੋ ਮਿਲਦੀ ਹੈ, ਤਨਖਾਹ ਵਿੱਚ ਵਾਧਾ ਚਾਹੁੰਦੇ ਨੇ, 36000 ਤਨਖਾਹ ਚਾਹੁੰਦੇ ਨੇ। ਉਸ ਉੱਪਰ ਵੀ ਸਰਕਾਰ ਨੇ ਨਹੀਂ ਸੁਣੀ ਤਾਂ ਹੁਣ 1 ਜੂਨ ਨੂੰ ਪੱਕਾ ਧਰਨਾ ਲਗਾਉਣ ਜਾ ਰਹੇ ਨੇ ਮੋਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਬਾਹਰ। ਪਹਿਲਾਂ ਵੀ ਕਾਫੀ ਲੰਮਾ ਸਮਾਂ ਧਰਨਾ ਇਹਨਾਂ ਦਾ ਚੱਲਿਆ ਸੀ ਤਾਂ ਫਿਰ ਦੁਬਾਰਾ ਇੱਕ ਹੋਰ ਨਵਾਂ ਧਰਨਾ 1 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ।